ਆਪਾਂ ਸਾਰੇ ਆਜ਼ਾਦੀ ਸ਼ਬਦ ਦਾ ਬਹੁਤ ਵਰਤਦੇ ਹਾਂ, ਪਰ ਕਦੇ ਸੋਚਿਆ ਇਸ ਦਾ ਅਸਲ ਮਤਲਬ ਕੀ ਹੈ? ਇਹ ਸਿਰਫ ਕੋਈ ਸ਼ਬਦ ਨਹੀਂ, ਬਲਕਿ ਸਮਝੋ ਲੋਕਤੰਤਰ ਦੀ ਜਾਨ ਹੈ। ਇਸ ਦੇ ਬਿਨਾਂ ਤਾਂ ਸਾਡੇ ਸਾਰੇ ਅਧਿਕਾਰ ਬੇਮਾਇਨੇ ਹੋ ਜਾਂਦੇ ਨੇ। ਤਾਂ ਆਓ ਅੱਜ ਇਸ ਦੇ ਅਸਲੀ ਮਤਲਬ ਦੀਆਂ ਡੂੰਘਾਈਆਂ ਵਿੱਚ ਉਤਰਦੇ ਹਾਂ। ਪਰ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ, ਆਜ਼ਾਦ ਹੋਣ ਦਾ ਅਸਲੀ ਮਤਲਬ ਹੈ ਕੀ ਇਹ ਬਸ ਇਹੀ ਹੈ ਕਿ ਜੋ ਦਿਲ ਕਰੇ ਉਹ ਕਰੀ ਜਾਓ, ਕੋਈ ਰੋਕ-ਟੋਕ ਨਾ ਹੋਵੇ? ਰਾਜਨੀਤਿਕ ਵਿਗਿਆਨ ਸਾਨੂੰ ਦੱਸਦਾ ਹੈ ਕਿ ਨਹੀਂ, ਅਸਲ ਆਜ਼ਾਦੀ ਇਸ ਤੋਂ ਕਿਤੇ ਵੱਧ ਕੇ ਹੈ। ਇਹ ਇੱਕ ਜ਼ਿੰਮੇਵਾਰੀ ਵਾਲੀ ਚੀਜ਼ ਹੈ। ਤਾਂ ਚਲੋ ਦੇਖਦੇ ਹਾਂ ਆਪਾਂ ਇਸ ਸਫ਼ਰ 'ਚ ਕੀ ਸਮਝਾਂਗੇ। ਪਹਿਲਾਂ ਤਾਂ ਇਹੀ ਦੇਖਾਂਗੇ ਕਿ ਆਜ਼ਾਦੀ ਮਨਮਰਜ਼ੀ ਹੈ ਜਾਂ ਕੋਈ ਜ਼ਿੰਮੇਵਾਰੀ। ਫਿਰ ਇਸ ਤੇ ਦੋ ਵੱਡੇ ਵਿਚਾਰਾਂ ਨੈਗੇਟਿਵ ਤੇ ਪੋਜ਼ਿਟਿਵ ਤੇ ਗੱਲ ਕਰਾਂਗੇ। ਉਸ ਤੋਂ ਬਾਅਦ ਇਸ ਦੇ ਅਸਲ ਰੂਪ ਕਿਹੜੇ-ਕਿਹੜੇ ਨੇ ਉਹ ਜਾਣਾਂਗੇ ਤੇ ਨਾਲੇ ਇਹ ਵੀ ਕਿ ਕਾਨੂੰਨ ਤੇ ਸਮਾਨਤਾ ਆਜ਼ਾਦੀ ਦੇ ਦੁਸ਼ਮਣ ਨੇ ਜਾਂ ਦੋਸਤ। ਤੇ ਅਖੀਰ ਵਿੱਚ ਸਾਰਾ ਕੁਝ ਸਮੇਟ ਕੇ ਉਹ ਪੁਆਇੰਟਸ ਦੱਸਾਂਗੇ ਜੋ ਸਿੱਧਾ ਇਮਤਿਹਾਨ ਵਿੱਚ ਕੰਮ ਆਣਗੇ। ਤਾਂ ਚਲੋ ਜੀ ਸ਼ੁਰੂ ਕਰਦੇ ਹਾਂ ਆਪਣੇ ਪਹਿਲੇ ਸਵਾਲ ਤੋਂ। ਆਜ਼ਾਦੀ ਇਹ ਮਨਮਰਜ਼ੀ ਹੈ ਜਾਂ ਫਿਰ ਜ਼ਿੰਮੇਵਾਰੀ? ਦੇਖੋ, ਪੋਲੀਟੀਕਲ ਸਾਇੰਸ ਬੜਾ ਸਾਫ਼-ਸਾਫ਼ ਕਹਿਣਾ ਹੈ ਕਿ ਆਜ਼ਾਦੀ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਬਿਨਾਂ ਲਗਾਮ ਦੇ ਕੋੜੇ ਵਾਂਗ ਭੱਜਦੇ ਫਿਰੋ, ਸਗੋਂ ਇਹ ਤਾਂ ਇੱਕ ਇਨਸਾਨ ਦੇ ਆਪਣੇ ਵਿਕਾਸ ਤੇ ਸਮਾਜ ਪ੍ਰਤੀ ਉਸ ਦੀ ਜ਼ਿੰਮੇਵਾਰੀ ਨਾਲ ਜੁੜੀ ਹੋਈ ਹੈ। ਜੇ ਆਪਾਂ ਇਸ ਨੂੰ ਸੌਖੇ ਸ਼ਬਦਾਂ 'ਚ ਪਰਿਭਾਸ਼ਿਤ ਕਰੀਏ ਤਾਂ ਆਜ਼ਾਦੀ ਦਾ ਮਤਲਬ ਹੈ ਇੱਕ ਅਜਿਹਾ ਮਾਹੌਲ ਜਿੱਥੇ ਹਰ ਕਿਸੇ ਨੂੰ ਆਪਣੀ ਸ਼ਖਸੀਅਤ ਨੂੰ ਨਿਖਾਰਨ ਦਾ ਪੂਰਾ ਮੌਕਾ ਮਿਲੇ, ਆਪਣੇ ਸੁਪਨੇ ਪੂਰੇ ਕਰਨ ਦੀ ਖੁੱਲ੍ਹ ਹੋਵੇ। ਪਰ ਹਾਂ, ਇੱਕ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ, ਇਹ ਸਾਰੀ ਖੁੱਲ੍ਹ ਹਮੇਸ਼ਾ ਕਾਨੂੰਨ ਤੇ ਸਮਾਜ ਦੇ ਦਾਇਰੇ ਵਿੱਚ ਰਹਿ ਕੇ ਹੀ ਮਿਲਦੀ ਹੈ। ਇਸੇ ਗੱਲ ਨੂੰ ਇੱਕ ਬਹੁਤ ਵੱਡੇ ਵਿਦਵਾਨ T.H. ਗ੍ਰੀਨ ਨੇ ਬੜੇ ਕਮਾਲ ਦੇ ਸ਼ਬਦਾਂ 'ਚ ਕਿਹਾ। ਉਹ ਕਹਿੰਦੇ ਨੇ, ਆਜ਼ਾਦੀ ਉਹ ਕਰਨ ਦੀ ਤਾਕਤ ਹੈ ਜੋ ਕਰਨ ਦੇ ਲਾਇਕ ਹੈ। ਸਮਝੇ? ਮਤਲਬ ਸਿਰਫ ਕੁਝ ਵੀ ਕਰਨਾ ਆਜ਼ਾਦੀ ਨਹੀਂ, ਸਗੋਂ ਉਹ ਕਰਨਾ ਜੋ ਸਹੀ ਹੈ, ਜੋ ਚੰਗਾ ਹੈ। ਇਹੀ ਗੱਲ ਆਜ਼ਾਦੀ ਨੂੰ ਜ਼ਿੰਮੇਵਾਰ ਬਣਾਉਂਦੀ ਹੈ। ਇੱਕ ਹੋਰ ਮਹਾਨ ਵਿਚਾਰਕ ਹੋਏ ਨੇ ਹੈਰੋਲਡ ਲਾਸਕੀ। ਉਹ ਇਸ ਗੱਲ ਨੂੰ ਇੱਕ ਕਦਮ ਹੋਰ ਅੱਗੇ ਲੈ ਜਾਂਦੇ ਨੇ। ਉਹ ਕਹਿੰਦੇ ਨੇ, ਆਜ਼ਾਦੀ ਦਾ ਮਤਲਬ ਸਿਰਫ ਪਾਬੰਦੀਆਂ ਦਾ ਨਾ ਹੋਣਾ ਨਹੀਂ, ਸਗੋਂ ਮੌਕਿਆਂ ਦਾ ਹੋਣਾ ਵੀ ਹੈ। ਯਾਨੀ ਕਿ ਸੋਚ ਕੇ ਦੇਖੋ, ਜੇ ਕਿਸੇ ਪੰਛੀ ਲਈ ਪਿੰਜਰੇ ਦਾ ਦਰਵਾਜ਼ਾ ਤਾਂ ਖੋਲ੍ਹ ਦਿੱਤਾ, ਪਰ ਉਸਦੇ ਖੰਭ ਹੀ ਕੱਟ ਦਿੱਤੇ ਜਾਣ ਤਾਂ ਉਹ ਆਜ਼ਾਦੀ ਕਿਸ ਕੰਮ ਦੀ? ਮੌਕੇ ਮਿਲਣੇ ਬਹੁਤ ਜ਼ਰੂਰੀ ਨੇ। ਅੱਛਾ, ਹੁਣ ਆਪਾਂ ਨੂੰ ਇਹ ਤਾਂ ਸਮਝ ਆ ਗਿਆ ਕਿ ਆਜ਼ਾਦੀ ਲਈ ਪਾਬੰਦੀਆਂ ਹਟਾਉਣੀਆਂ ਵੀ ਜ਼ਰੂਰੀ ਨੇ ਤੇ ਮੌਕੇ ਦੇਣੇ ਵੀ। ਤੇ ਬਸ ਇੱਥੋਂ ਹੀ ਰਾਜਨੀਤਿਕ ਵਿਗਿਆਨ ਦੀ ਸਭ ਤੋਂ ਵੱਡੀ ਬਹਿਸ ਸ਼ੁਰੂ ਹੁੰਦੀ ਹੈ। ਇਹ ਬਹਿਸ ਹੈ ਆਜ਼ਾਦੀ ਦੀਆਂ ਦੋ ਕਿਸਮਾਂ, ਨਕਾਰਾਤਮਕ ਤੇ ਸਕਾਰਾਤਮਕ ਦੇ ਵਿਚਕਾਰ। ਇਹ ਸਲਾਈਡ ਬਹੁਤ ਧਿਆਨ ਨਾਲ ਸਮਝਣੀ ਹੈ ਕਿਉਂਕਿ ਇਮਤਿਹਾਨ ਵਿੱਚ ਇਥੋਂ ਸਵਾਲ ਪੱਕਾ ਬਣਦਾ ਹੈ। ਦੇਖੋ, ਨਕਾਰਾਤਮਕ ਆਜ਼ਾਦੀ, ਜਿਸ ਦੇ ਮੁੱਖ ਸਮਰਥਕ ਇਸਾਈਆ ਬਰਲਿਨ ਨੇ, ਉਹ ਕਹਿੰਦੀ ਹੈ ਮੈਨੂੰ ਇਕੱਲਾ ਛੱਡ ਦਿਓ, ਮਤਲਬ ਸਰਕਾਰ ਘੱਟ ਤੋਂ ਘੱਟ ਦਖਲ ਦੇਵੇ। ਦੂਜੇ ਪਾਸੇ ਹੈ ਸਕਾਰਾਤਮਕ ਆਜ਼ਾਦੀ, ਜਿਸ ਦਾ ਵਿਚਾਰ T.H. ਗ੍ਰੀਨ ਨੇ ਦਿੱਤਾ। ਇਹ ਕਹਿੰਦੀ ਹੈ ਮੇਰੀ ਮਦਦ ਕਰੋ ਤਾਂ ਕਿ ਮੈਂ ਆਜ਼ਾਦ ਹੋ ਸਕਾਂ, ਯਾਨੀ ਸਰਕਾਰ ਸਿੱਖਿਆ, ਸਿਹਤ ਵਰਗੀਆਂ ਸਹੂਲਤਾਂ ਦੇਵੇ ਤਾਂ ਕਿ ਅਸਲ ਆਜ਼ਾਦੀ ਦਾ ਆਨੰਦ ਮਾਣਿਆ ਜਾ ਸਕੇ। ਤੇ ਅੱਜਕੱਲ ਦੇ ਜਿੰਨੇ ਵੀ ਵੈਲਫੇਅਰ ਸਟੇਟ ਯਾਨੀ ਭਲਾਈਕਾਰੀ ਰਾਜ ਨੇ, ਉਹ ਇਸੇ ਸਕਾਰਾਤਮਕ ਆਜ਼ਾਦੀ ਦੇ ਸਿਧਾਂਤ ਤੇ ਚੱਲਦੇ ਨੇ। ਚਲੋ ਜੀ, ਥਿਊਰੀ ਦੀਆਂ ਗੱਲਾਂ ਤਾਂ ਬਹੁਤ ਹੋ ਗਈਆਂ। ਹੁਣ ਆਪਾਂ ਦੇਖਦੇ ਹਾਂ ਕਿ ਅਸਲ ਜ਼ਿੰਦਗੀ ਵਿੱਚ, ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਇਹ ਆਜ਼ਾਦੀ ਸਾਨੂੰ ਕਿਹੜੇ-ਕਿਹੜੇ ਰੂਪਾਂ ਵਿੱਚ ਮਿਲਦੀ ਹੈ। ਮੋਟੇ ਤੌਰ ਤੇ ਨਾ ਇਸ ਦੇ 4 ਮੁੱਖ ਰੂਪ ਮੰਨੇ ਜਾਂਦੇ ਨੇ। ਪਹਿਲੀ, ਸਿਵਲ ਆਜ਼ਾਦੀ, ਜਿਵੇਂ ਕਿ ਆਪਣੀ ਗੱਲ ਕਹਿਣ ਦੀ, ਕਿਤੇ ਵਿਆਹੁਣ ਜਾਣ ਦੀ ਜਾਂ ਆਪਣੇ ਧਰਮ ਨੂੰ ਮੰਨਣ ਦੀ ਆਜ਼ਾਦੀ। ਦੂਜੀ, ਰਾਜਨੀਤਿਕ ਆਜ਼ਾਦੀ, ਮਤਲਬ ਵੋਟ ਪਾਉਣ ਦਾ ਹੱਕ, ਚੋਣ ਲੜਨ ਦਾ ਹੱਕ ਤੇ ਸਰਕਾਰ ਦੇ ਕੰਮਾਂ ਤੇ ਸਵਾਲ ਚੁੱਕਣ ਦਾ ਹੱਕ। ਤੀਜੀ ਹੈ ਆਰਥਿਕ ਆਜ਼ਾਦੀ, ਯਾਨੀ ਬਿਨਾਂ ਕਿਸੇ ਸ਼ੋਸ਼ਣ ਦੇ ਆਪਣੀ ਰੋਜ਼ੀ-ਰੋਟੀ ਕਮਾਉਣ ਦਾ ਮੌਕਾ। ਤੇ ਚੌਥੀ, ਕੁਦਰਤੀ ਆਜ਼ਾਦੀ। ਇੱਕ ਕਲਪਨਾ ਹੈ ਕਿ ਜਦੋਂ ਸਮਾਜ ਨਹੀਂ ਸੀ ਤਾਂ ਇਨਸਾਨ ਪੂਰੀ ਤਰ੍ਹਾਂ ਆਜ਼ਾਦ ਸੀ, ਕੋਈ ਕਾਨੂੰਨ, ਕੋਈ ਬੰਧਨ ਨਹੀਂ ਸੀ। ਪਰ ਇਹਨਾਂ ਸਾਰੀਆਂ ਆਜ਼ਾਦੀਆਂ ਵਿੱਚੋਂ ਇੱਕ ਆਜ਼ਾਦੀ ਅਜਿਹੀ ਹੈ ਜਿਸ ਨੂੰ ਹੈਰਲਡ ਲਾਸਕੀ ਸਭ ਤੋਂ ਜ਼ਰੂਰੀ ਮੰਨਦੇ ਨੇ। ਉਹ ਕਹਿੰਦੇ ਨੇ ਕਿ ਆਰਥਿਕ ਆਜ਼ਾਦੀ ਬਾਕੀ ਸਾਰੀਆਂ ਆਜ਼ਾਦੀਆਂ ਦੀ ਨੀਂਹ ਹੈ। ਸੋਚ ਕੇ ਦੇਖੋ, ਜੇ ਕੋਈ ਬੰਦਾ ਭੁੱਖ ਨਾਲ ਮਰ ਰਿਹਾ ਹੋਵੇ, ਆਰਥਿਕ ਤੌਰ ਤੇ ਕਿਸੇ ਦਾ ਗੁਲਾਮ ਹੋਵੇ, ਤਾਂ ਉਸ ਲਈ ਵੋਟ ਪਾਉਣ ਦੀ ਆਜ਼ਾਦੀ ਜਾਂ ਭਾਸ਼ਣ ਦੇਣ ਦੀ ਆਜ਼ਾਦੀ ਭਲਾ ਕੀ ਮਾਇਨੇ ਰੱਖੇਗੀ? ਕੁਝ ਵੀ ਨਹੀਂ। ਇਸ ਲਈ ਪਹਿਲਾਂ ਪੇਟ ਦੀ ਅੱਗ ਬੁਝਾਉਣੀ ਜ਼ਰੂਰੀ ਹੈ। ਇੱਥੇ ਆ ਕੇ ਇੱਕ ਹੋਰ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕਾਨੂੰਨ ਤੇ ਸਮਾਨਤਾ ਆਜ਼ਾਦੀ ਨੂੰ ਕੱਟ ਕਰਦੇ ਨੇ, ਕੀ ਇਹ ਇਸ ਦੇ ਦੁਸ਼ਮਣ ਨੇ? ਚਲੋ ਇਸ ਗੁੰਝਲ ਨੂੰ ਵੀ ਸੁਲਝਾਉਂਦੇ ਹਾਂ। ਇਸ ਰਿਸ਼ਤੇ ਨੂੰ ਸਮਝਦਾ ਇੱਕ ਬਹੁਤ ਹੀ ਸੌਖਾ ਫਾਰਮੂਲਾ ਹੈ। ਜੇ ਆਜ਼ਾਦੀ ਹੋਵੇ ਪਰ ਕਾਨੂੰਨ ਨਾ ਹੋਵੇ ਤਾਂ ਕੀ ਹੋਵੇਗਾ? ਅਰਾਜਕਤਾ ਫੈਲ ਜਾਵੇਗੀ, ਜੰਗਲ ਰਾਜ, ਜਿੱਥੇ ਤਾਕਤਵਰ ਕਮਜ਼ੋਰ ਨੂੰ ਖਾ ਜਾਵੇਗਾ।
ਤੇ ਜੇ ਕਾਨੂੰਨ ਹੋਵੇ ਪਰ ਆਜ਼ਾਦੀ ਨਾ ਹੋਵੇ ਤਾਂ ਉਹ ਇੱਕ ਤਾਨਾਸ਼ਾਹੀ ਬਣ ਜਾਵੇਗੀ, ਇੱਕ ਜੇਲ੍ਹ ਵਾਂਗ। ਤਾਂ ਫਿਰ ਗੱਲ ਪੱਕੀ ਹੈ, ਕਾਨੂੰਨ ਆਜ਼ਾਦੀ ਦਾ ਦੁਸ਼ਮਣ ਨਹੀਂ, ਸਗੋਂ ਉਸ ਦਾ ਸਭ ਤੋਂ ਵੱਡਾ ਰਖਵਾਲਾ ਹੈ। ਬਿਲਕੁਲ ਇਸੇ ਤਰ੍ਹਾਂ ਆਜ਼ਾਦੀ ਤੇ ਸਮਾਨਤਾ ਦਾ ਰਿਸ਼ਤਾ ਹੈ, ਇਹ ਇੱਕ ਦੂਜੇ ਦੇ ਵਿਰੋਧੀ ਨਹੀਂ, ਸਗੋਂ ਇੱਕ ਦੂਜੇ ਦੇ ਪੂਰਕ ਨੇ। ਜੇ ਸਮਾਜ ਵਿੱਚ ਅਮੀਰ-ਗਰੀਬ ਦਾ ਪਾੜਾ ਬਹੁਤ ਜ਼ਿਆਦਾ ਹੋਵੇਗਾ ਤਾਂ ਆਜ਼ਾਦੀ ਦਾ ਫਾਇਦਾ ਸਿਰਫ ਅਮੀਰ ਲੋਕ ਹੀ ਚੁੱਕਣਗੇ, ਤੇ ਜੇ ਸਾਰਿਆਂ ਨੂੰ ਬਰਾਬਰ ਕਰਨ ਦੇ ਚੱਕਰ 'ਚ ਲੋਕਾਂ ਦੀ ਆਜ਼ਾਦੀ ਹੀ ਖੋਲੀ ਜਾਵੇ ਤਾਂ ਉਹ ਸਮਾਨਤਾ ਵੀ ਕਿਸ ਕੰਮ ਦੀ। ਇਸ ਲਈ ਦੋਵਾਂ 'ਚ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਹੈ। ਤਾਂ ਫਿਰ ਲਕੀਰ ਕਿੱਥੇ ਖਿੱਚੀ ਜਾਵੇ? ਸਰਕਾਰ ਕਦੋਂ ਕਿਸੇ ਦੀ ਆਜ਼ਾਦੀ 'ਚ ਦਖਲ ਦੇ ਸਕਦੀ ਹੈ? ਇਸ ਦਾ ਸਭ ਤੋਂ ਵਧੀਆ ਜਵਾਬ ਦਿੰਦੇ ਨੇ ਜੇ.ਐਸ. ਮਿਲ ਆਪਣੇ ਹਾਨੀ ਦੇ ਸਿਧਾਂਤ ਵਿੱਚ। ਉਹਨਾਂ ਨੇ ਇੱਕ ਬੜੀ ਮਸ਼ਹੂਰ ਗੱਲ ਕਹੀ ਸੀ, ਤੁਹਾਨੂੰ ਆਪਣੀ ਬਾਂਹ ਘੁਮਾਉਣ ਦੀ ਆਜ਼ਾਦੀ ਤਾਂ ਹੈ, ਪਰ ਇਹ ਆਜ਼ਾਦੀ ਉੱਥੇ ਖਤਮ ਹੋ ਜਾਂਦੀ ਹੈ ਜਿੱਥੋਂ ਕਿਸੇ ਦੂਜੇ ਦਾ ਨੱਕ ਸ਼ੁਰੂ ਹੁੰਦਾ ਹੈ। ਮਤਲਬ ਸਾਫ਼ ਹੈ, ਸਰਕਾਰ ਸਿਰਫ ਉਦੋਂ ਹੀ ਰੋਕ ਸਕਦੀ ਹੈ ਜਦੋਂ ਤੁਹਾਡੇ ਕਿਸੇ ਕੰਮ ਨਾਲ ਕਿਸੇ ਹੋਰ ਨੂੰ ਸਿੱਧਾ ਨੁਕਸਾਨ ਪਹੁੰਚ ਰਿਹਾ ਹੋ। ਚਲੋ ਜੀ, ਹੁਣ ਵਾਰੀ ਹੈ ਸਾਰੇ ਗਿਆਨ ਨੂੰ ਇਕੱਠਾ ਕਰਕੇ ਪੱਟਾ ਕਰਨ ਦੀ। ਇਹ ਨੇ ਉਹ ਮੁੱਖ ਗੱਲਾਂ ਜੋ ਤੁਹਾਡੀ ਇਮਤਿਹਾਨ ਦੀ ਤਿਆਰੀ 'ਚ ਬਹੁਤ ਮਦਦ ਕਰਨਗੀਆਂ। ਤਾਂ ਸਭ ਤੋਂ ਪਹਿਲੀ ਤੇ ਸਭ ਤੋਂ ਜ਼ਰੂਰੀ ਗੱਲ ਜੋ ਯਾਦ ਰੱਖਣੀ ਹੈ ਉਹ ਇਹ ਹੈ ਕਿ ਅੱਜ ਦੀ ਦੁਨੀਆ ਦੇ ਜ਼ਿਆਦਾਤਰ ਲੋਕਤੰਤਰੀ ਦੇਸ਼ਾਂ ਵਿੱਚ ਸਕਾਰਾਤਮਕ ਆਜ਼ਾਦੀ ਦਾ ਵਿਚਾਰ ਹੀ ਮੰਨਿਆ ਜਾਂਦਾ ਹੈ। ਮਤਲਬ ਸਰਕਾਰਾਂ ਦੀ ਜ਼ਿੰਮੇਵਾਰੀ ਸਿਰਫ ਇਹ ਨਹੀਂ ਕਿ ਉਹ ਲੋਕਾਂ ਦੇ ਕੰਮਾਂ 'ਚ ਦਖਲ ਨਾ ਦੇਣ, ਸਗੋਂ ਇਹ ਵੀ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਅੱਗੇ ਵਧਣ ਲਈ ਬਰਾਬਰ ਦੇ ਮੌਕੇ ਵੀ ਦੇਣ। ਆਓ ਹੁਣ ਇੱਕ ਝਾਤ ਮਾਰੀਏ ਕਿ ਕਿਹੜਾ ਵਿਚਾਰਕ ਕਿਸ ਸਿਧਾਂਤ ਨਾਲ ਜੁੜਿਆ ਹੈ। ਜਦੋਂ ਵੀ ਨਕਾਰਾਤਮਕ ਆਜ਼ਾਦੀ ਦਾ ਨਾਂ ਆਵੇ ਤਾਂ ਦਿਮਾਗ ਵਿੱਚ ਆਉਣਾ ਚਾਹੀਦਾ ਹੈ ਈਸਾਇਆ ਬਰਲਿਨ। ਸਕਾਰਾਤਮਕ ਆਜ਼ਾਦੀ ਦੀ ਗੱਲ ਹੋਵੇ ਤਾਂ ਟੀ.ਐਚ. ਗ੍ਰੀਨ। ਆਜ਼ਾਦੀ ਤੇ ਕਾਨੂੰਨ ਦੇ ਰਿਸ਼ਤੇ ਨੂੰ ਸਭ ਤੋਂ ਵਧੀਆ ਸਮਝਾਇਆ ਹੈਰੋਲਡ ਲਾਸਕੀ ਨੇ, ਤੇ ਆਜ਼ਾਦੀ ਦੀ ਹੱਦ ਤੈਅ ਕਰਨ ਵਾਲਾ ਹਾਨੀ ਦਾ ਸਿਧਾਂਤ ਦਿੱਤਾ ਜੇ.ਐਸ. ਮਿਲ ਨੇ। ਇਸ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ। ਅਤੇ ਇਹਨਾਂ ਸਾਰੀਆਂ ਥਿਊਰੀਆਂ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਸਾਨੂੰ ਆਪਣੇ ਭਾਰਤੀ ਸੰਵਿਧਾਨ ਵਿੱਚ ਹੀ ਮਿਲ ਜਾਂਦੀ ਹੈ। ਦੇਖੋ, ਅਨੁਛੇਦ 19 ਸਾਨੂੰ ਬੋਲਣ ਦੀ, ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਦਿੰਦਾ ਹੈ ਨਾ? ਪਰ ਨਾਲ ਹੀ ਉਸੇ ਅਨੁਛੇਦ ਵਿੱਚ ਦੇਸ਼ ਦੀ ਏਕਤਾ, ਅਖੰਡਤਾ ਤੇ ਜਨਤਕ ਸ਼ਾਂਤੀ ਦੇ ਨਾਂ ਤੇ ਕੁਝ ਵਾਜਬ ਪਾਬੰਦੀਆਂ ਵੀ ਲਗਾਈਆਂ ਗਈਆਂ ਨੇ। ਬਸ ਇਹੀ ਹੈ ਆਜ਼ਾਦੀ ਤੇ ਜ਼ਿੰਮੇਵਾਰੀ ਦਾ ਸਭ ਤੋਂ ਵਧੀਆ ਸੰਤੁਲਨ। ਦੇਖੋ, ਜਿਵੇਂ ਸੱਚੀ ਆਜ਼ਾਦੀ ਸਹੀ ਗਿਆਨ ਤੋਂ ਬਿਨਾਂ ਅਧੂਰੀ ਹੈ, ਉਸੇ ਤਰ੍ਹਾਂ ਸਫਲਤਾ ਵੀ ਸਹੀ ਮਾਰਗਦਰਸ਼ਨ ਤੋਂ ਬਿਨਾਂ ਥੋੜੀ ਔਖੀ ਹੋ ਜਾਂਦੀ ਹੈ। ਮਾਸਟਰ ਕੇਡਰ ਅਤੇ ਲੈਕਚਰਰ ਕੇਡਰ ਦੀ ਹੋਰ ਵੀ ਡੂੰਘਾਈ ਨਾਲ ਤਿਆਰੀ ਕਰਨ ਲਈ ਸਾਡੇ ਨਾਲ ਜੁੜੋ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਯਾਦ ਰੱਖਿਓ, ਆਪਣੀ ਮਿਹਨਤ ਤੇ ਯਕੀਨ ਰੱਖੋ, ਸਫਲਤਾ ਤੁਹਾਡੇ ਕਦਮ ਚੁੰਮੇਗੀ। ਅਗਲੇ ਵਿਸ਼ਲੇਸ਼ਣ ਵਿੱਚ ਮਿਲਦੇ ਹਾਂ। ਧੰਨਵਾਦ।